ਵੀਡੀਓ ਦੇਖ ਰਹੇ ਸਾਰੇ ਸਾਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦੇ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅਸੀਂ BTHE ਸਬਜੈਕਟ ਦੇ ਵਿੱਚੋਂ ਚੈਪਟਰ ਨੰਬਰ 4 에ਅਰ ਸਾਈਕਲਸ ਦੇ ਵਿੱਚੋਂ ਕਨਸੈਪਟ ਆਫ ਰਿਵਰਸੀਬਲ ਐਂਡ ਇਰਰਿਵਰਸੀਬਲ ਪ੍ਰੋਸੈਸਿਸ ਦੇ ਬਾਰੇ। ਰਿਵਰਸੀਬਲ ਐਂਡ ਇਰਰਿਵਰਸੀਬਲ ਪ੍ਰੋਸੈਸਿਸ ਦੇ ਬਾਰੇ ਮੈਂ ਆਲਰੇਡੀ 2 ਵੀਡੀਓਜ਼ ਦੇ ਵਿੱਚ ਪਿੱਛੇ ਡਿਸਕਸ ਕੀਤਾ ਹੋਇਆ, ਉਹਨਾਂ ਦਾ ਵੀ ਤੁਹਾਨੂੰ ਲਿੰਕ ਮੈਂ ਸ਼ੇਅਰ ਕਰ ਦੂੰਗਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ। ਉੱਥੇ ਅਸੀਂ ਡਿਟੇਲ ਦੇ ਵਿੱਚ ਜਾਣਿਆ ਸੀਗਾ ਕਿ ਰਿਵਰਸੀਬਲ ਤੇ ਇਰਰਿਵਰਸੀਬਲ ਪ੍ਰੋਸੈਸਿਸ ਕੀ ਹੁੰਦੀਆਂ ਨੇ। ਸੋ ਅੱਜ ਸਿਰਫ ਅਸੀਂ ਬਰੀਫ ਦੇ ਵਿੱਚ ਇੱਕ ਇਹਦੀ ਇੰਟਰੋਡਕਸ਼ਨ ਲੈਣੀ ਹੈ ਕਿ ਰਿਵਰਸੀਬਲ ਤੇ ਇਰਰਿਵਰਸੀਬਲ ਪ੍ਰੋਸੈਸਿਸ ਕੀ ਨੇ। ਸੋ ਸਭ ਤੋਂ ਪਹਿਲਾਂ ਗੱਲ ਕਰ ਰਹੇ ਰਿਵਰਸੀਬਲ ਪ੍ਰੋਸੈਸਿਸ ਦੇ ਬਾਰੇ। ਅ ਪ੍ਰੋਸੈਸ ਵਿਚ ਕੈਨ ਬੀ ਸਟਾਪਡ ਐਟ ਐਨੀ ਸਟੇਜ ਐਂਡ ਕੈਨ ਬੀ ਆਪਰੇਟਡ ਇਨ ਦਾ ਰਿਵਰਸ ਡਾਇਰੈਕਸ਼ਨਸ। ਉਹ ਪ੍ਰੋਸੈਸਿਸ ਜਦੋਂ ਇਨੀਸ਼ੀਅਲ ਪੁਆਇੰਟ ਤੋਂ ਕੋਈ ਵੀ ਪ੍ਰੋਸੈਸ ਚੱਲ ਕੇ ਫਾਈਨਲ ਪੋਜੀਸ਼ਨ ਤੱਕ ਪਹੁੰਚਣ ਦੀ ਕੋਸ਼ਿਸ਼ ਕਰੇ, ਜਿਵੇਂ ਕਿ ਕੋਈ ਕੰਪਰੈਸ਼ਨ ਦਾ ਪ੍ਰੋਸੈਸ ਹੈ, ਕੋਈ ਐਕਸਪੈਂਸ਼ਨ ਦਾ ਪ੍ਰੋਸੈਸ ਹੈ। ਸੋ ਉਸ ਦੌਰਾਨ ਉਸ ਨੂੰ ਅਸੀਂ ਕਿਸੇ ਵੀ ਇਨਸਟੈਂਟ ਸਟੇਜ ਦੇ ਉੱਤੇ ਰੋਕ ਕੇ ਰਿਵਰਸ ਡਾਇਰੈਕਸ਼ਨ ਦੇ ਵਿੱਚ ਜਦੋਂ ਉਸ ਨੂੰ ਅਚੀਵ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਉਹ ਆਪਣੀ ਇਨੀਸ਼ੀਅਲ ਕੰਡੀਸ਼ਨਸ ਦੇ ਉੱਤੇ ਪਹੁੰਚ ਜੂਗੀ। ਇਹਨੂੰ ਦੂਸਰੇ ਸ਼ਬਦਾਂ ਦੇ ਵਿੱਚ ਵੀ ਕਹਿ ਸਕਦੇ ਹਾਂ, ਅ ਪ੍ਰੋਸੈਸ ਵਿਚ ਕੈਨ ਰੀਟਰੇਸ ਦਾ ਸੇਮ ਪਾਥ ਇਨ ਦਾ ਰਿਵਰਸ ਡਾਇਰੈਕਸ਼ਨ ਸੋ ਐਜ਼ ਟੂ ਬ੍ਰਿੰਗ ਬੈਕ ਦਾ ਓਰੀਜਨਲ ਕੰਡੀਸ਼ਨਸ। ਉਹੀ ਚੀਜ਼ ਨੂੰ ਸਮਝਾ ਰਿਹਾ ਕਿ ਅਗਰ ਕਿਸੇ ਪ੍ਰੋਸੈਸ ਨੂੰ ਅਸੀਂ ਰੀਟਰੇਸ ਕਰ ਸਕੀਏ ਸੇਮ ਪਾਥ ਦੇ ਉੱਤੇ ਤਾਂ ਉਸ ਨੂੰ ਅਸੀਂ ਰਿਵਰਸੀਬਲ ਪ੍ਰੋਸੈਸ ਕਾਊਂਟ ਕਰਦੇ ਹਾਂ। ਸੋ ਇਸੇ ਹੀ ਚੀਜ਼ ਨੂੰ ਅਸੀਂ ਪ੍ਰੈਸ਼ਰ ਵੋਲਿਊਮ ਚਾਰਟ ਦੇ ਉੱਤੇ ਸਮਝਾਇਆ ਹੋਇਆ ਕਿ ਆਪਣੇ ਕੋਲ ਜੋ ਰਿਵਰਸੀਬਲ ਪ੍ਰੋਸੈਸਿਸ ਨੇ ਉਹ ਕਿਸ ਤਰੀਕੇ ਦੇ ਨਾਲ ਅਸੀਂ PV ਚਾਰਟ ਦੇ ਉੱਤੇ ਪਲਾਟ ਕਰ ਸਕਦੇ ਹਾਂ। ਤੁਸੀਂ ਇੱਥੇ ਦੇਖ ਸਕਦੇ ਹੋ ਇੱਕ ਗ੍ਰਾਫ ਅਸੀਂ ਪਲਾਟ ਕੀਤਾ ਜੋ ਕਿ ਇੱਥੇ ਰੀਪ੍ਰਜੈਂਟ ਕਰ ਰਿਹਾ ਇਨੀਸ਼ੀਅਲ ਫਸਟ ਪੁਆਇੰਟ ਤੋਂ ਸੈਕਿੰਡ ਪੁਆਇੰਟ 'ਤੇ ਇੱਕ ਪ੍ਰੋਸੈਸ ਜਾ ਰਹੀ ਹੈ ਜੋ ਕਿ ਸਾਡੇ ਕੋਲ ਇੱਕ ਕੰਪਰੈਸ਼ਨ ਅਤੇ ਐਕਸਪੈਂਸ਼ਨ ਦਾ ਪ੍ਰੋਸੈਸ ਹੈ। ਜਦੋਂ ਕੰਪਰੈਸ਼ਨ ਹੋਊਗੀ ਤਾਂ ਸਾਡੇ ਕੋਲ 1 to 2 ਦੀ ਸਟੇਜ ਪਹੁੰਚੂਗੀ, ਇਸ ਦੇ ਥਰੂ ਸਾਡਾ ਪ੍ਰੋਸੈਸ ਕੰਪਲੀਟ ਹੋਊਗਾ। ਜਦੋਂ ਸਾਡੇ ਕੋਲ ਐਕਸਪੈਂਸ਼ਨ ਦਾ ਪ੍ਰੋਸੈਸ ਹੋਊਗਾ ਤਾਂ 2 to 1 ਇਹ ਅਗਰ 1 ਪੁਆਇੰਟ 'ਤੇ ਹੀ ਵਾਪਸ ਆ ਜਾਂਦਾ ਹੈ ਪ੍ਰੋਸੈਸ ਤਾਂ ਇਸ ਨੂੰ ਅਸੀਂ ਕਾਊਂਟ ਕਰਾਂਗੇ ਸਾਡਾ ਰਿਵਰਸੀਬਲ ਪ੍ਰੋਸੈਸ, ਜੋ ਕਿ ਅਸੀਂ ਇੱਥੇ ਬਲੂ ਪੈਨ ਦੇ ਨਾਲ ਮਾਰਕ ਕੀਤਾ ਹੋਇਆ। ਨੈਕਸਟ ਅਸੀਂ ਗੱਲ ਕਰਦੇ ਹਾਂ ਕਿ ਇਹਦੇ ਕੁਝ ਐਗਜ਼ਾਮਪਲਸ ਕੀ ਹੋ ਸਕਦੇ ਨੇ ਕਿ ਸਾਡੇ ਕੋਲ ਜੋ ਰਿਵਰਸੀਬਲ ਪ੍ਰੋਸੈਸ ਹੈ ਤਾਂ ਗੱਲ ਕਰ ਰਿਹਾ ਜੀ ਫ੍ਰਿਕਸ਼ਨਲੈਸ ਐਡਿਆਬੈਟਿਕ ਐਕਸਪੈਂਸ਼ਨ ਔਰ ਕੰਪਰੈਸ਼ਨ ਆਫ ਦਾ ਫਲੂਇਡਸ। ਕਿ ਜਦੋਂ ਅਸੀਂ ਫਲੂਇਡਸ ਦੇ ਬਾਰੇ ਗੱਲ ਕਰਦੇ ਹਾਂ ਤਾਂ ਉਹਨਾਂ ਫਲੂਇਡਸ ਦੇ ਉੱਤੇ ਜਦੋਂ ਅਸੀਂ ਐਡਿਆਬੈਟਿਕ ਕੰਪਰੈਸ਼ਨ ਜਾਂ ਐਡਿਆਬੈਟਿਕ ਐਕਸਪੈਂਸ਼ਨ ਦਾ ਪ੍ਰੋਸੈਸ ਕਰਦੇ ਹਾਂ ਤਾਂ ਉਹ ਸਾਡੇ ਕੋਲ ਇੱਕ ਰਿਵਰਸੀਬਲ ਪ੍ਰੋਸੈਸ ਦਾ ਐਗਜ਼ਾਮਪਲ ਹੈ। ਨੈਕਸਟ ਹੈ ਆਈਸੋਥਰਮਲ ਐਕਸਪੈਂਸ਼ਨ ਔਰ ਕੰਪਰੈਸ਼ਨ। ਫਿਰ ਅਸੀਂ ਗੱਲ ਕਰਦੇ ਹਾਂ ਪੋਲੀਟ੍ਰੋਪਿਕ ਐਕਸਪੈਂਸ਼ਨ ਔਰ ਕੰਪਰੈਸ਼ਨ ਦਾ ਪ੍ਰੋਸੈਸ ਜੋ ਹੈ ਫਲੂਇਡਸ ਦੇ ਅੰਦਰ, ਉਹ ਵੀ ਸਾਡੇ ਕੋਲ ਰਿਵਰਸੀਬਲ ਹੀ ਕਾਊਂਟ ਹੁੰਦਾ। ਨੈਕਸਟ ਗੱਲ ਕਰਦੇ ਹਾਂ ਅਸੀਂ ਇਰਰਿਵਰਸੀਬਲ ਪ੍ਰੋਸੈਸ ਦੇ ਬਾਰੇ। ਸੋ ਜਿਵੇਂ ਕਿ ਤੁਸੀਂ ਉੱਤੇ ਚਾਰਟ ਦੇ ਵਿੱਚ ਦੇਖਿਆ ਸੀ ਕਿ ਜੋ ਪੋਰਸ਼ਨ ਮੈਂ ਹੁਣ ਇੱਥੇ ਪੈਨਸਲ ਦੇ ਨਾਲ ਮਾਰਕ ਕੀਤਾ ਕਿ 1 ਤੋਂ ਲੈ ਕੇ ਹੁਣ ਇੱਥੇ ਮੈਂ ਕੁਝ ਪੁਆਇੰਟ ਨਹੀਂ ਦਿੱਤਾ, ਇਹਨੂੰ ਪੁਆਇੰਟ ਦੇ ਲੈਂਦੇ ਹਾਂ ਸੇ 2 ਡੈਸ਼, ਕਿ ਜੋ ਪ੍ਰੋਸੈਸ ਮੇਰੇ ਕੋਲ 1 to 2 ਡੈਸ਼ ਤੱਕ ਪਹੁੰਚ ਜਾਵੇ ਰਿਵਰਸੀਬਲ ਪੋਜੀਸ਼ਨ ਦੇ ਉੱਤੇ, ਮੀਨ ਟੂ ਸੇ ਕਿ ਇਨੀਸ਼ੀਅਲੀ ਮੈਂ ਮੰਨ ਕੇ ਚਲੋ ਉਸ ਦੀ ਐਕਸਪੈਂਸ਼ਨ ਕਰਦਾ ਤਾਂ ਐਕਸਪੈਂਸ਼ਨ ਹੋ ਰਹੀ ਹੈ ਮੇਰੇ ਕੋਲ 2 to 1, ਪਰ ਜਦੋਂ ਉਸ ਚੀਜ਼ ਦੀ ਮੈਂ ਦੁਬਾਰਾ ਤੋਂ ਕੰਪਰੈਸ਼ਨ ਕਰਨ ਦੀ ਕੋਸ਼ਿਸ਼ ਕਰਦਾ ਤਾਂ ਮੇਰੇ ਕੋਲ ਕੰਪਰੈਸ਼ਨ ਜੋ ਹੋ ਰਹੀ ਹੈ ਉਹ 1 to 2 ਡੈਸ਼ ਹੋ ਰਹੀ ਹੈ। ਤਾਂ ਮੇਰੇ ਕੋਲ ਉਹੀ ਇਨੀਸ਼ੀਅਲ ਕੰਡੀਸ਼ਨਸ ਦੁਬਾਰਾ ਅਚੀਵ ਨਹੀਂ ਹੁੰਦੀਆਂ। ਕੁਛ ਨਾ ਕੁਛ ਉਹਦੀਆਂ ਜੋ ਇੰਟਰਨਲ ਪ੍ਰੋਪਰਟੀਜ਼ ਨੇ, ਪ੍ਰੈਸ਼ਰ, ਟੈਂਪਰੇਚਰ, ਵੋਲਿਊਮ, ਉਹਦੇ ਅੰਦਰ ਕੁਛ ਨਾ ਕੁਛ ਮੇਰੇ ਕੋਲ ਚੇਂਜਸ ਮਿਲਦੇ ਨੇ। ਸੋ ਉਸ ਪ੍ਰੋਸੈਸ ਨੂੰ ਅਸੀਂ ਕਾਊਂਟ ਕਰਦੇ ਹਾਂ ਇਰਰਿਵਰਸੀਬਲ ਪ੍ਰੋਸੈਸ। ਸੋ ਆਓ ਇਹਦੀ ਡੈਫੀਨੇਸ਼ਨ ਤੋਂ ਦੇਖਦੇ ਹਾਂ ਕੀ ਕਹਿੰਦਾ। ਪ੍ਰੋਸੈਸ ਇਨ ਵਿਚ the process cannot be repeated exactly in the reverse direction। ਕਿ ਉਹ ਪ੍ਰੋਸੈਸ ਜਿਹੜੀ ਕਿ ਐਗਜ਼ੈਕਟਲੀ ਆਪਣੇ ਕੋਲ ਇਨੀਸ਼ੀਅਲ ਪੁਆਇੰਟ ਤੋਂ ਚੱਲ ਕੇ ਫਾਈਨਲ ਪੁਆਇੰਟ 'ਤੇ ਪਹੁੰਚਣ 'ਤੇ ਜਦੋਂ ਰਿਵਰਸ ਡਾਇਰੈਕਸ਼ਨ ਦੇ ਵਿੱਚ ਚੱਲਦੀ ਹੈ ਤਾਂ ਉਹ ਆਪਣੀ ਉਹੀ ਇਨੀਸ਼ੀਅਲ ਪੁਆਇੰਟਸ ਨੂੰ ਅਚੀਵ ਨਹੀਂ ਕਰ ਪਾਉਂਦੀ। ਸੋ ਉਹਨੂੰ ਅਸੀਂ ਕਾਊਂਟ ਕਰਦੇ ਹਾਂ ਇਰਰਿਵਰਸੀਬਲ ਪ੍ਰੋਸੈਸ। ਐਗਜ਼ਾਮਪਲ ਦੇ ਤੌਰ ਦੇ ਉੱਤੇ ਜਿਹੜੀ ਸਾਡੇ ਕੋਲ ਕੁਝ ਪ੍ਰੋਸੈਸਿਸ ਨੇ ਜਿਵੇਂ ਕਿ ਥ੍ਰੋਟਲਿੰਗ ਦਾ ਪ੍ਰੋਸੈਸ ਹੈ, ਹੀਟ ਟ੍ਰਾਂਸਫਰ ਦਾ ਪ੍ਰੋਸੈਸ ਹੈ, ਡਿਫਿਊਜ਼ਨ ਦਾ ਪ੍ਰੋਸੈਸ ਹੈ, ਫ੍ਰੀ ਐਕਸਪੈਂਸ਼ਨ ਹੈ, ਕੰਬਸ਼ਨ ਹੈ, ਇਹ ਸਾਰੀਆਂ ਸਾਡੀਆਂ ਇਰਰਿਵਰਸੀਬਲ ਪ੍ਰੋਸੈਸਿਸ ਕਾਊਂਟ ਹੁੰਦੀਆਂ ਨੇ। ਰਿਵਰਸੀਬਿਲਿਟੀ ਦੇ ਕੰਸੈਪਟ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਨੈਕਸਟ ਗੱਲ ਕਰਦੇ ਹਾਂ ਰਿਵਰਸੀਬਲ ਸਾਈਕਲ ਦੇ ਬਾਰੇ, ਕਿ ਉਹ ਸਾਈਕਲ ਜਿਸ ਦੇ ਅੰਦਰ ਜਿੰਨੀਆਂ ਵੀ ਅੰਦਰ ਪ੍ਰੋਸੈਸਿਸ ਹੁੰਦੀਆਂ ਨੇ ਉਹਨਾਂ ਨੂੰ ਅਸੀਂ ਕਿਸੇ ਵੀ ਇਨਸਟੈਂਟ ਟਾਈਮ ਦੇ ਉੱਤੇ ਰਿਵਰਸ ਕੰਡੀਸ਼ਨ ਦੇ ਵਿੱਚ ਅਚੀਵ ਕਰ ਸਕਦੇ ਹਾਂ। ਸੋ ਕੀ ਕਹਿੰਦਾ, ਅ ਸਾਈਕਲ ਵਿਚ ਕੰਸਿਸਟ ਆਫ ਦ ਰਿਵਰਸੀਬਲ ਪ੍ਰੋਸੈਸਿਸ ਇਜ਼ ਨੋਨ ਐਜ਼ ਰਿਵਰਸੀਬਲ ਸਾਈਕਲ। ਕਿ ਉਹ ਸਾਈਕਲ ਜਿਸ ਦੇ ਅੰਦਰ ਸਾਡੇ ਕੋਲ ਸਾਰੀਆਂ ਜੋ ਪ੍ਰੋਸੈਸਿਸ ਨੇ ਉਹ ਸਾਰੀਆਂ ਰਿਵਰਸੀਬਲ ਪ੍ਰੋਸੈਸਿਸ ਹੋਣ, ਉਸ ਨੂੰ ਅਸੀਂ ਰਿਵਰਸੀਬਲ ਸਾਈਕਲ ਕਾਊਂਟ ਕਰਦੇ ਹਾਂ।
In such a cycle, heat is absorbed from a hot body and rejected to the cold body। कि इस तरह के साइकल्स के अंदर साडे कोल जो हीट है वो absorb की जाती है किसी हॉट बॉडी तो ते रिजैक्ट की जाती है किसी कोल्ड बॉडी के उत्ते। Mechanical work is produced in this cycle and is represented by the area of the diagram। कि जो इस सिस्टम के अंदर जो साडा वर्क होगा मकैनिकल वर्क होगा वो प्रोड्यूस होंदा है तो उसनों असी रिप्रजेंट कर सकते हैं एरिया ऑफ द डायग्राम दे विच। कि जिमें तुसी नीचे एक डायग्राम देखोगे ये भी असी चार्ट प्लॉट किया PV चार्ट है इन बिटवीन प्रैशर एंड वॉल्यूम कि साढ़े को इत्थे पूरी का पूरा हुण साइकिल रिप्रजेंट हो रहा जो कि इत्थों चल रहा 1 to 2 2 to 3 3 to 4 4 to 1 ये साढ़े को कंप्लीट एक साइकिल जा रहा और जिसदियाँ साड़ियाँ कुछ प्रोसैसिस इस तरीके दे नाल शो कीतियां हुई ने 1 to 2 का प्रोसैस है साडा आइसोथर्मल एक्सपेंशन 2 to 3 है एडियाबैटिक एक्सपेंशन 3 to 4 आइसोथर्मल कंप्रैशन 4 to 1 एडियाबैटिक कंप्रैशन। सो इन्ना ही सारिया प्रोसैसिस नूं मिला के असी फस्ट पॉइंट तो स्टार्ट किया एंड इहदा जो एंड होया वो अगेन साडे कोल 1 पॉइंट ते हो गया और इस तरह ही जदों कंटीन्यूएशन फॉर्म दे विच ये चीज़ चलती रहिंदी है तो उन्होंने असी काउंट करते हैं रिवर्सीबल साइकिल। सो इनू ही उन्होंने काउंट करता कि ये तो सी अपने कोल स्ट्रेट फॉरवर्ड कंडीशन कि इनू जदों असी रिवर्स डायरैक्शन दे विच अचीव करना होवे तो इसनूं असी किस तरीके दे नाल कर सकते हैं। कहता जी इसे ही साइकिल में जो असी रिवर्स कंडीशन अचीव करांगे तो की होगा 4 to 1 4 to 3 सॉरी 1 to 4 4 to 3 2 to 3 to 2 2 to 1। सो हुण इस चीज़ में ही असी देखते हैं किस तरीके लिखांगे। कहता वैन द साइकिल इज रिवर्सड कहता जो इसनूं रिवर्स किया जाए दैट इज़ हीट इज़ एक्सट्रैक्टिड फ्रॉम द कोल्ड बॉडी एंड रिजैक्टिड टू द हॉट बॉडी। इस चीज़ को समझना बहुत जरूरी है कि हुण इस केस दे विच जो हीट है उन्होंने असी एक्सट्रैक्ट कर रहे हैं कोल्ड बॉडी तो उन्होंने रिजैक्ट किया जा रहा कित्थे हॉट बॉडी के उत्ते। देयर इज़ अ नीड ऑफ सम एक्सटर्नल वर्क डन कि जदों इसे चीज़ को असी अचीव करना होवे लोअर टू हायर टैंपरेचर हीट नूं मूव करवाना होवे तो सानू कुछ एक्सटर्नल सोर्स की लोड़ पऊगी। इसे चीज़ को असी पढ़िया सीगा सैकेंड लॉ ऑफ थर्मोडायनमिक्स के अंदर। तो जोड़ियाँ साढ़े को प्रोसैसिस सानू अचीव होणगियां वो कुछ इस तरीके दी होणगियां। हुण प्रोसैस उल्टी हो जाएगी 2 to 1 आइसोथर्मल कंप्रैशन का प्रोसैस बन जाएगा जिहड़ा कि पहला सी साढ़े को आइसोथर्मल एक्सपेंशन हुण कंप्रैशन हो जाएगी। वो नैक्सट आ जाएगी 3 to 2 एडियाबैटिक कंप्रैशन 4 to 3 आइसोथर्मल एक्सपेंशन। पहला यही प्रोसैस साढ़े कोल सीगा कंप्रैशन का हुण ये रिवर्स करने के दौरान ये बन गया साढ़े कोल आइसोथर्मल एक्सपेंशन 1 to 4 एडियाबैटिक एक्सपेंशन। सो ये नाल ही होपफुली तुसी रिवर्सीबल साइकिल का ईजिली समझ गए होंगे कि किस तरीके दे नाल असी साइकिल ड्रॉ करते हैं तो ये अंदर वर्किंग किवें हुंदी है। नैक्सट असी गल करते हैं जी कंडीशनस ऑफ रिवर्सीबिलिटी ऑफ अ साइकिल कि जदों कोई साइकिल रिवर्सीबल कंडीशनस के उत्ते काम करूगा तो उहदे लई उहनूं किहड़ियां कंडीशनस फॉलो करनियां पैणगियां। सो फस्ट वन इज़ देयर शुड बी नो टैंपरेचर डिफरेंस बिटवीन द वर्किंग फ्लूड एंड द हीट सोर्स कि जो साडा हीट सोर्स होगा तो वर्किंग फ्लूड होगा उन्हां दा टैंपरेचर कॉन्सटेंट होना चाहिए। Secondly, there should be no friction between the working fluid and the walls of the container कि जिस सिस्टम के अंदर असी ये रिवर्सीबल प्रोसैस अचीव कर रहे हैं तो उस दे अंदर जो वर्किंग फ्लूड है उहदे ते जो उस कंटेनर दियां वॉल्स होणगियां उन्हां दे बिटवीन किसी भी तरह की कोई फ्रिक्शन नहीं होनी चाहिए। द वर्किंग फ्लूड मस्ट बी अ परफेक्ट कंडक्टर ऑफ हीट कि जो वर्किंग फ्लूड होगा वो एक परफेक्ट कंडक्टर होना चाहिए हीट का। देयर शुड बी नो लॉस ऑफ हीट बाय कंडक्शन कन्वैक्शन एंड रेडिएशन और उस सिस्टम के अंदर किसी भी तरह का हीट लॉस नहीं होना चाहिए किसी भी मोड ऑफ हीट ट्रांसफर के थ्रू। देयर शुड बी अ कंप्लीट एबसेंस ऑफ एनी फ्री और इम्परफेक्टली रजिस्टिड एक्सपेंशन और कंप्रैशन। इस पॉइंट चो गल कर रहा कि इस सिस्टम के अंदर किसी भी तरह की जदों एक्सपेंशन ते कंप्रैशन हुंदी आ वो फ्री नहीं होनी चाहिए तो इम्परफेक्ट नहीं होनी चाहिए। नैक्सट वो गल कर रहा ड्यूरिंग द पीरियड in which the heat is being absorbed the working fluid and the hot body must be at the same temperature। की कहता जी कि जदों साडे कोल हीट जिहड़ी आ absorb कीती जाती है सिस्टम के अंदर तो वर्किंग फ्लूड
ਤੇ ਹੌਟ ਬੋਡੀ ਜਿਹੜੇ ਹੈਗੇ ਨੇ ਉਹਨਾਂ ਦਾ ਟੈਂਪਰੇਚਰ ਜੋ ਹੈ ਉਹ ਸੇਮ ਹੋਣਾ ਚਾਹੀਦਾ। ਨੈਕਸਟ ਪੁਆਇੰਟ 'ਚ ਗੱਲ ਕਰ ਰਿਹਾ, ਕਹਿੰਦਾ ਡਿਊਰਿੰਗ ਦਾ ਪੀਰੀਅਡ ਇਨ ਵਿਚ ਦਾ ਹੀਟ ਇਜ਼ ਬੀਇੰਗ ਰਿਜੈਕਟਿਡ ਦਾ ਵਰਕਿੰਗ ਫਲੂਇਡ ਐਂਡ ਦਾ ਕੋਲਡ ਬੋਡੀ ਮਸਟ ਬੀ ਐਟ ਦਾ ਸੇਮ ਟੈਂਪਰੇਚਰ। ਕਿ ਜਦੋਂ ਉਸੇ ਸਿਸਟਮ ਦੇ ਅੰਦਰ ਜਦੋਂ ਹੀਟ ਰਿਜੈਕਟ ਕੀਤੀ ਜਾਂਦੀ ਹੈ ਤਾਂ ਵਰਕਿੰਗ ਫਲੂਇਡ ਤੇ ਕੋਲਡ ਬੋਡੀ ਦਾ ਜੋ ਟੈਂਪਰੇਚਰ ਹੈ ਉਹ ਸੇਮ ਹੋਣਾ ਚਾਹੀਦਾ। ਨੈਕਸਟ ਇੱਕ ਨੋਟ ਬਣਾ ਕੇ ਦੇ ਰਿਹਾ, ਕਹਿੰਦਾ ਜੀ ਫਰੋਮ ਦਾ ਅਬਵ ਕੰਡੀਸ਼ਨਸ ਇਟ ਬਿਕਮਸ clear that the concept of thermodynamic reversibility is purely hypothetical, because when the conditions of reversibility is approached during the process, the transfer of the heat becomes less and the thermodynamic equilibrium cannot be prevailed। ਇਹਦੇ ਤੋਂ ਕਹਿ ਰਿਹਾ ਜੀ ਜੋ ਆਪਣਾ ਇਹ ਕੰਸੈਪਟ ਹੈ ਰਿਵਰਸੀਬਿਲਟੀ ਦਾ ਇਹ ਕੰਪਲੀਟਲੀ ਹਾਈਪੋਥੈਟੀਕਲ ਆ। ਹਾਈਪੋਥੈਟੀਕਲ ਮਤਲਬ ਇਹ ਲਿਖਤੀ ਰੂਪ ਦੇ ਵਿੱਚ ਹੀ ਹੈ, ਖਿਆਲੀ ਤੌਰ ਦੇ ਉੱਤੇ ਹੀ ਹੈ, ਰਿਐਲਿਟੀ ਦੇ ਵਿੱਚ ਇਹ ਚੀਜ਼ ਅਚੀਵ ਨਹੀਂ ਹੋ ਸਕਦੀ। ਬਿਕੋਜ਼ ਆਫ ਜਦੋਂ ਸਿਸਟਮ ਦੇ ਅੰਦਰ ਰਿਵਰਸੀਬਿਲਟੀ ਦੀਆਂ ਕੰਡੀਸ਼ਨਸ ਅਚੀਵ ਹੁੰਦੀਆਂ ਨੇ ਜਾਂ ਉਹ ਕੰਡੀਸ਼ਨਸ 'ਤੇ ਪਹੁੰਚਦੀ ਹੈ ਪ੍ਰੋਸੈਸ, ਤਾਂ ਜੋ ਹੀਟ ਟਰਾਂਸਫਰ ਹੈ ਉਹ ਘਟ ਜਾਂਦਾ ਹੈ ਅਤੇ ਥਰਮੋਡਾਇਨਮਿਕ ਇਕੁਇਲਿਬਰੀਅਮ ਜੋ ਹੈ ਉਹ ਅਚੀਵ ਨਹੀਂ ਹੋ ਸਕਦਾ। ਸੋ ਇਹਦੇ ਨਾਲ ਹੀ ਮੈਨੂੰ ਉਮੀਦ ਆ ਕਿ ਤੁਸੀਂ ਇਹ ਕੰਪਲੀਟ ਟੌਪਿਕ ਚੰਗੀ ਤਰ੍ਹਾਂ ਸਮਝ ਚੁੱਕੇ ਹੋਵੋਗੇ, ਜੋ ਕਿ ਸੀਗਾ ਸਾਡਾ ਰਿਵਰਸੀਬਲ ਪ੍ਰੋਸੈਸਿਸ ਦੇ ਉੱਤੇ। ਸੋ ਇਹਦੇ ਨਾਲ ਹੀ ਮੇਰਾ ਵੀਡੀਓ ਖਤਮ ਹੈ ਜੀ। ਓਕੇ ਜੀ, ਥੈਂਕ ਯੂ ਵੈਰੀ ਮੱਚ। ਸਤਿ ਸ਼੍ਰੀ ਅਕਾਲ।